ਲੜੀਵਾਰ ਕਥਾ ਰਾਗ ਸੂਹੀ ਦੀਆਂ ਅਸ਼ਟਪਦੀਆਂ ਆਪ ਜੀ ਸਰਵਣ ਕਰ ਰਹੇ ਹੋ। ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਅੰਮ੍ਰਿਤ ਬਚਨ ਨੇ। ਪਿੱਛੇ 6 ਪਦੇ ਆਪ ਜੀ ਨੇ ਸਰਵਣ ਕੀਤੇ ਹਨ। 7ਵਾਂ ਪਦਾ ਪ੍ਰਾਰੰਭ ਹੋ ਰਿਹਾ ਹੈ, ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅੱਖੇ ਕਾਢ ਧਰੇ ਚਰਨਾ ਤਲ, ਸਭ ਧਰਤੀ ਫਿਰ ਮਤ ਪਾਏ। ਕਹਿੰਦੇ ਸਾਰੀ ਧਰਤੀ ਤੇ ਫਿਰ ਕੇ ਮੈਂ ਇਹ ਮਤ ਪ੍ਰਾਪਤ ਕੀਤੀ। ਧੰਨ ਗੁਰੂ ਰਾਮਦਾਸ ਜੀ ਦੇ ਬਚਨ ਨੇ, ਚੌਥੇ ਪਾਤਸ਼ਾਹ ਦੇ। ਜਿਵੇਂ ਬੰਦਾ ਕਹਿ ਦਿੰਦਾ ਨਾ ਵੀ ਮੈਂ ਸਾਰੀ ਦੁਨੀਆ ਫਿਰ ਕੇ ਇਸ ਨਤੀਜੇ ਤੇ ਪਹੁੰਚਿਆ, ਮੈਂ ਬੜੀ ਦੁਨੀਆ ਫੇਰੀ ਆ, ਬੜੇ ਲੋਕਾਂ ਨੂੰ ਮਿਲਿਆ, ਬੜੀਆਂ ਥਾਵਾਂ ਤੇ ਗਿਆ, ਮੈਂ ਹੁਣ ਇਸ ਸਿੱਟੇ ਤੇ ਪਹੁੰਚਿਆ, ਕਹਿ ਦਿੰਦੇ ਨਾ ਆਪਾਂ। ਸਾਡੇ ਜਿਹੜੇ ਸਿੱਟੇ ਤੇ ਅਸੀਂ ਪਹੁੰਚਦੇ ਹਾਂ ਸ਼ਾਇਦ ਉਹ ਗਲਤ ਵੀ ਹੋਣ, ਪਰ ਸਤਿਗੁਰੂ ਜੀ ਇੱਥੇ ਜਿਸ ਸਿੱਟੇ ਤੇ ਪਹੁੰਚੇ ਨੇ ਬਿਲਕੁਲ ਵਾਸਤਵਿਕ ਔਰ ਸਹੀ। ਕਹਿੰਦੇ ਮੈਂ ਸਾਰੀ ਦੁਨੀਆ ਫਿਰ ਕੇ ਇਸ ਟਿਕਾਣੇ ਤੇ ਪਹੁੰਚੇ ਕਿ ਆਪਣੀਆਂ ਅੱਖਾਂ ਮਹਾਂਪੁਰਸ਼ਾਂ ਸਾਧੂਆਂ ਦੇ ਚਰਨਾਂ ਦੇ ਥੱਲੇ ਵਿਛਾ ਕੇ ਰੱਖੀਏ। ਅੱਖੀਂ ਕਾਢ ਧਰੀ ਚਰਨਾਂ ਤਲ ਦਾ ਮਤਲਬ ਆਖਰੀ ਅਰਥ ਤਾਂ ਹੋਣਗੇ ਵੀ ਅੱਖਾਂ ਕੱਢ ਕੇ ਸਾਧੂਆਂ ਦੇ ਚਰਨਾਂ ਦੇ ਥੱਲੇ ਰੱਖ ਦਈਏ, ਪਰ ਇਹਦੇ ਭਾਵ ਅਰਥ ਇਹ ਨੇ ਕਿ ਆਪਣੇ ਨੇਤਰ ਮਹਾਂਪੁਰਸ਼ਾਂ ਸਾਧੂਆਂ ਦੇ ਚਰਨਾਂ ਤੋਂ ਉੱਪਰ ਚੁੱਕਣੇ ਹੀ ਨਹੀਂ, ਹਮੇਸ਼ਾ ਉਹਨਾਂ ਦੇ ਚਰਨਾਂ ਵਿੱਚ ਹੀ ਨਿਗਾਹ ਰੱਖਣੀ। ਕਦੇ ਵੀ ਕਿਸੇ ਸਤਿਪੁਰਸ਼ ਮਹਾਂਪੁਰਸ਼ ਕਿਸੇ ਨਾਮ ਰੰਗੀ ਰਤੜੀ ਰੂਹ ਦੇ ਦਰਸ਼ਨ ਕਰੋ ਤਾਂ ਨੇਤਰ ਉਹਦੇ ਚਰਨਾਂ ਵੱਲ ਹੀ ਰੱਖੋ। ਵਿਨਮਰਤਾ, ਉਹਨਾਂ ਪ੍ਰਤੀ ਆਪਣਾ ਅਦਬ, ਉਹਨਾਂ ਪ੍ਰਤੀ ਆਪਣਾ ਸਤਿਕਾਰ ਵਿਅਕਤ ਕਰਨ ਲਈ ਉਹਨਾਂ ਦੇ ਚਰਨਾਂ ਵੱਲ ਆਪਣਾ ਧਿਆਨ ਰੱਖਣਾ, ਨੇਤਰ ਉੱਥੇ ਹੀ ਰੱਖਣੇ। ਸਤਿਗੁਰੂ ਜੀ ਇਹ ਨਿਮਰਤਾ, ਇਹ ਹਲੀਮੀ ਗੁਰਮੁਖਾਂ ਪ੍ਰਤੀ, ਨਾਮ ਜਪਣ ਵਾਲੇ ਸਾਧੂਆਂ ਪ੍ਰਤੀ ਸਾਨੂੰ ਸਿਖਾ ਰਹੇ ਨੇ। ਕਹਿੰਦੇ ਮੈਂ ਸਾਰੀ ਧਰਤੀ ਤੇ ਫਿਰ ਕੇ ਇਹ ਮਤ ਪ੍ਰਾਪਤ ਕੀਤੀ ਹੈ ਕਿ ਸਤਿਪੁਰਸ਼ਾਂ ਦੇ ਚਰਨਾਂ ਤੇ ਆਪਣੀ ਨਿਗਾਹ ਟਿਕਾ ਕੇ ਰੱਖਣੀ ਹੈ। ਜੇ ਪਾਸ ਬਹਲ ਹੈ ਤਾਂ ਤੁਝ ਹੈ ਅਰਾਧੇ, ਜੇ ਮਾਰ ਕੱਢੈ ਪੀ ਧਿਆਏ। ਇਹ ਮੇਰੇ ਸਾਹਿਬ ਜੇ ਤੁਸੀਂ ਕੋਲ ਬਿਠਾਓ, ਇਹ ਮੇਰੇ ਸਤਿਗੁਰੂ ਤੁਸੀਂ ਕੋਲ ਬਿਠਾਓ ਤੇ ਤੁਹਾਨੂੰ ਅਰਾਧਾਂ। ਜੇ ਪਾਸ ਬਹਲ ਕੋਲ ਬਿਠਾਓ ਤੇ ਤੁਹਾਨੂੰ ਅਰਾਧਾਂ, ਤੇ ਜੇ ਮਾਰ ਕੇ ਗੁੱਸੇ ਚ ਆ ਕੇ ਕੱਢ ਦਿਆ, ਜਾ ਦੌੜ ਜਾ ਇੱਥੋਂ, ਭੱਜ ਜਾ, ਤੇ ਜਦੋਂ ਕੱਢੋ ਭੇਜੋ ਤੇ ਫਿਰ ਵੀ ਤੁਹਾਨੂੰ ਧਿਆਵਾਂ। ਜੇ ਕੱਢੋ ਤੇ ਤਾਂ ਵੀ ਤੁਹਾਨੂੰ ਧਿਆਵਾਂ। ਇਹ ਹੈ ਗੁਰਸਿੱਖ ਦੀ ਅਵਸਥਾ ਕਿ ਸੁਆਮੀ ਕੋ ਗ੍ਰਹਿ ਜੋ ਸਦਾ, ਸਵਾਨ ਤਜਤ ਨਹੀਂ ਨਿਤ। ਕੂਕਰ ਨੂੰ ਉਹਦਾ ਮਾਲਕ ਕੋਲ ਬਿਠਾ ਲਵੇ, ਗੁੱਸੇ ਚ ਆ ਕੇ ਉਹਨੂੰ ਮਾਰੇ, ਪੈਰ ਚੱਲ ਦੌੜ ਜਾ, ਪਰੇ ਹੁੱਟ ਜਾ, ਤਾਂ ਵੀ ਉਹ ਆਪਣੇ ਮਾਲਕ ਦਾ ਦਰ ਨਹੀਂ ਛੱਡਦਾ। ਹੇ ਸਾਹਿਬ ਤਰਸ ਕਰਕੇ ਕੋਲ ਬਿਠਾਓ ਤੇ ਤਾਂ ਵੀ ਤੁਹਾਨੂੰ ਇਰਾਦਾ। ਮਾਰ ਕੱਢੋ, ਚੱਲ ਇੱਥੋਂ, ਪਰਖਣ ਵਾਸਤੇ ਕਰ ਲੈਂਦੇ ਆ ਸਤਿਗੁਰ। ਤੇ ਮਾਰ ਕੱਢੋ ਤਾਂ ਵੀ ਤੁਹਾਨੂੰ ਧਿਆਵਾਂ, ਤੁਹਾਨੂੰ ਇਰਾਦਾ। ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਸ਼ਾਂ ਪਾਸ ਸਿੱਖ ਸਿੰਘ ਹੁੰਦੇ ਸਨ, ਉਹਨਾਂ ਦਾ ਨਾਮ ਵੀ ਗੁਰਬਚਨ ਸਿੰਘ।
ਮੇਰੇ ਵਿਦਿਆ ਦਾਤੇ ਗਿਆਨੀ ਸ਼ੇਰ ਸਿੰਘ ਜੀ ਦੇ ਉਸਤਾਦ ਸਨ। ਉਹਨਾਂ ਕੋਲੋਂ ਗੁਰਬਾਣੀ ਦੀ ਸੰਥਿਆ ਕਰਦੇ ਸੀ। ਉਹਨਾਂ ਬਾਬਤ ਗਿਆਨੀ ਜੀ ਦੱਸਦੇ ਸਨ ਕਿ ਕਈ ਵਾਰ ਉਹ ਜਥੇ ਦੇ ਵਿੱਚ ਜਦੋਂ ਰਹਿੰਦੇ, ਥੋੜਾ ਜਿਹਾ ਸੁਭਾਅ ਉਹਨਾਂ ਦਾ ਮਸਤ ਮੌਲਾ ਸੀ, ਤੇ ਸੰਤਾਂ ਨੇ ਕਈ ਵਾਰ ਕਹਿਣਾ, ਉਹ ਚੱਲ ਭਜੰਗੀਆ ਤੂੰ ਦੌੜ ਜਾ ਇੱਥੋਂ, ਚਲਾ ਜਾ ਇੱਥੋਂ। ਉਹਨਾਂ ਨੇ ਕਹਿਣਾ, ਬਾਬਾ ਜੀ 7 ਬਚਨ, ਤੇ ਨਮਸਕਾਰ ਕਰਨੀ ਤੇ ਜਾ ਕੇ ਕਛਹਿਰਾ ਪਰਨਾ ਆਪਣਾ ਕਮਰੇ 'ਚ ਜਾ ਕੇ ਜਿੱਥੋਂ ਹੋਣਾ ਚੁੱਕਣਾ, ਤੇ ਨਾਲ ਪੋਥੀ ਆਪਣੀ ਲਿਆਉਣੀ, ਜਾ ਕੇ ਸੰਤਾਂ ਨੂੰ ਕਹਿਣਾ, ਸੰਤ ਜੀ ਮਹਾਰਾਜ ਜੀ ਇਹ ਪੋਥੀ ਕਿਹੜੇ ਸਿੰਘ ਨੂੰ ਦੇ ਕੇ ਜਾਵਾਂ, ਮੈਂ ਆ ਕੇ ਵਾਪਸ ਲੈਣੀ ਹੈ, ਫਿਰ ਦੁਬਾਰਾ ਜਦੋਂ ਆਵਾਂਗਾ ਪੜਾਂਗਾ ਤੁਹਾਡੇ ਕੋਲ। ਵੀ ਇੱਕ ਵਾਰੀ ਤੁਹਾਡਾ ਬਚਨ ਮੰਨ ਕੇ ਚੱਲਿਆ, ਮੁੜ ਕੇ ਆਉਣਾ ਫਿਰ, ਵੀ ਇਹ ਪੋਥੀ ਕਿਹਦੇ ਕੋਲ ਰੱਖ ਜਾ, ਮੇਰਾ ਸਮਾਨ ਹੈ, ਤੇ ਵੀ ਮੈਂ ਆ ਕੇ ਉਹਦੇ ਕੋਲੋਂ ਜ਼ਿੰਮੇਵਾਰ ਬੰਦੇ ਕੋਲੋਂ ਲੈ ਲੈਣਾ। ਤੇ ਸੰਤਾਂ ਨੇ ਹੱਸ ਪੈਣਾ। ਇਹ ਆਪਣੇ ਸੁਆਮੀ ਪ੍ਰਤੀ, ਆਪਣੇ ਮਾਲਕ ਪ੍ਰਤੀ ਭਾਵਨਾ। ਜੇ ਕੋਲ ਬਿਠਾਓ ਤਾਂ ਤੁਹਾਡੀ ਉਪਮਾ, ਜੇ ਮਾਰ ਕੱਢੋ ਤੇ ਤਾਂ ਵੀ ਤੁਹਾਨੂੰ ਧਿਆਵਾ। ਜੇ ਲੋਕ ਸਲਾਹੇ ਤਾਂ ਤੇਰੀ ਉਪਮਾ, ਜੇ ਨਿੰਦਾ ਤਾਂ ਛੋੜ ਨਾ ਜਾਏ। ਜੇ ਲੋਕ ਸਲਾਘਾ ਕਰਨ ਆਖਣ, ਵਾਹ ਕਿੱਡਾ ਵਧੀਆ ਬੰਦਾ, ਤਾਂ ਮਹਾਰਾਜ ਤੁਹਾਡੀ ਉਪਮਾ, ਮੇਰੀ ਕੋਈ ਵਡਿਆਈ ਨਹੀਂ। ਭਗਤ ਰਵਿਦਾਸ ਜੀ ਮਹਾਰਾਜ ਜੀ ਕਹਿੰਦੇ, ਮੈਨੂੰ ਬੜੇ ਬੜੇ ਵਿਦਵਾਨ ਪੰਡਤ ਆ ਕੇ ਮੱਥਾ ਟੇਕਦੇ ਨੇ ਅੱਜ, ਜਿਹੜੇ ਕਦੇ ਮੈਨੂੰ ਛਛਕੇਰਦੇ ਸੀ, ਮੈਨੂੰ ਸ਼ੂਦਰ ਕਹਿ ਕੇ ਦੂਰ ਕਰਦੇ ਸੀ, ਉਹ ਬੜੇ ਬੜੇ ਵਿਦਵਾਨ ਪੰਡਤ ਆ ਕੇ ਅੱਜ ਮੈਨੂੰ ਨਮਸਕਾਰਾਂ ਕਰਦੇ ਨੇ। ਤਾਂ ਮਾਲਕਾ ਇਹ ਤੇਰੇ ਨਾਮ ਦੀ ਮਹਿਮਾ, ਤੇਰੇ ਨਾਮ ਦਾ ਪ੍ਰਤਾਪ। ਸਾਹਿਬ ਕਹਿੰਦੇ, ਜੇ ਕੋਈ ਉਪਮਾ ਕਰੇ, ਵਡਿਆਈ ਕਰੇ, ਤਾਂ ਤੇਰੀ ਉਪਮਾ, ਤੇ ਜੇ ਕੋਈ ਨਿੰਦਾ ਕਰੇ ਤੇ ਮੈਂ ਤੁਹਾਨੂੰ ਛੱਡ ਕੇ ਥੋੜੀ ਚਲੇ ਜਾਣਾ। ਜੇ ਕੋਈ ਨਿੰਦਾ ਕਰੇ, ਕਿਉਂਕਿ ਲੋਕਾਂ ਨੇ ਜਿਹੜੇ ਮੂੰਹ ਨਾਲ ਉਪਮਾ ਕਰਨੀ ਆ, ਉਹਦੇ ਨਾਲ ਨਿੰਦਾ ਵੀ ਕਰਨੀ। ਇਹ ਗੱਲ ਯਾਦ ਰੱਖਿਓ, ਜਿਤਨੇ ਪ੍ਰਸ਼ੰਸਕ ਹੁੰਦੇ ਨੇ ਤੁਹਾਡੇ ਸਮਾਜ ਵਿੱਚ, ਉਹਦੇ ਨਾਲੋਂ ਦੁੱਗਣੇ ਤੁਹਾਡੇ ਨਿੰਦਕ ਤੇ ਆਲੋਚਕ ਵੀ ਹੁੰਦੇ ਆ, ਤੇ ਦੋਵੇਂ ਹੋਣੇ ਚਾਹੀਦੇ ਨੇ। ਤੇ ਦੋਨਾਂ ਵੱਲੋਂ ਕੀਤੀ ਹੋਈ ਪ੍ਰਸ਼ੰਸਾ ਤੇ ਨਿੰਦਾ ਇੱਕ ਸਮਾਨ ਕਰਕੇ ਜਾਣਨੀ ਹੈ, ਕਿ ਜਿਵੇਂ ਉਪਮਾ ਮੇਰੇ ਕਿਸੇ ਕੰਮ ਦੀ ਨਹੀਂ, ਤੇ ਲੋਕਾਂ ਵੱਲੋਂ ਕੀਤੀ ਹੋਈ ਨਿੰਦਾ ਵੀ ਮੇਰੇ ਕਿਸੇ ਕੰਮ ਦੀ ਨਹੀਂ। ਜੇ ਲੋਕਾਂ ਵੱਲੋਂ ਕੀਤੀ ਉਪਮਾ ਤੇ ਨਿੰਦਾ ਦੇ ਉਲਝੇਵੇਂ ਵਿੱਚ ਉਲਝ ਗਏ, ਤੇ ਆਪਣੇ ਮੁੱਖ ਮਕਸਦ ਤੋਂ ਖੁੰਝ ਕੇ ਪਾਸੇ ਚਲੇ ਜਾਵਾਂਗੇ, ਉਹਨਾਂ ਨਾਲ ਹੀ ਉਲਝੇ ਰਹਾਂਗੇ। ਜੇ ਹਾਥੀ ਕਿਤੇ ਭੌਂਕਣ ਵਾਲੇ ਕੁੱਤਿਆਂ ਵੱਲ ਵੇਖਣ ਲੱਗ ਪਏ, ਵੀ ਤੁਸੀਂ ਮੈਨੂੰ ਪੈਂਦੇ ਹੋ, ਮੈਂ ਐਡਾ ਹਾਥੀ, ਤੇ ਉਹ ਆਪਣੀ ਮੰਜ਼ਿਲ ਤੇ ਨਾ ਪਹੁੰਚ ਸਕੇ, ਉਹਨਾਂ ਕੁੱਤਿਆਂ ਨਾਲ ਹੀ ਉਲਝਿਆ ਰਹੇ। ਝੂਲਦੇ ਐ, ਉਹ ਟੁਰਦੇ ਚਲੇ ਜਾਂਦੇ ਆ, ਪਤਾ ਇਹਨਾਂ ਕੁੱਤਿਆਂ ਮੇਰਾ ਕੀ ਵਿਗਾੜ ਲੈਣਾ। ਰੱਬ ਦੇ ਪਿਆਰੇ, ਲੋਕਾਂ ਵੱਲੋਂ ਕੀਤੀ ਉਪਮਾ ਤੇ ਲੋਕਾਂ ਵੱਲੋਂ ਕੀਤੀ ਹੋਈ ਨਿੰਦਾ, ਦੋਨਾਂ ਨੂੰ ਇੱਕ ਸਮਾਨ ਕਰਕੇ ਜਾਣਗੇ। ਨਹਿ ਨਿੰਦਿਆ ਨਹਿ ਉਸਤਤ ਜਾਂ ਕੈ, ਲੋਭ ਮੋਹ ਅਪਮਾਨ, ਹਰਖ ਸੋਗ ਤੇ ਰਹਿ ਨਿਆਰੋ, ਨਾਹੇ ਮਾਨ ਅਪਮਾਨ। ਜੇ ਕੋਈ ਨਿੰਦਾ ਕਰੇ ਤੇ ਮੈਂ ਛੱਡ ਕੇ ਥੋੜੀ ਜਾਵਾਂਗਾ ਆਪਣੇ ਸਾਹਿਬ ਨੂੰ। ਹਾਂਜੀ, ਜੇ ਤੁਧ ਵੱਲ ਰਹੈ ਤਾਂ ਕੋਈ ਕਿਹੋ ਆਖੋ, ਤੁਧ ਵਿਸਰੈ ਮਰ ਜਾਏ। ਅਸਲ ਗੱਲ ਤਾਂ ਆ ਹੈ ਵੀ ਮਹਾਰਾਜ, ਜੇ ਤੁਸੀਂ ਮੇਰੇ ਵੱਲ ਹੋ ਤਾਂ ਕੋਈ ਕੁਝ ਪਿਆ ਕਹੇ, ਮੈਨੂੰ ਨਹੀਂ ਪਰਵਾਹ। ਜੇ ਤੁਸੀਂ ਮੇਰੇ ਵੱਲ ਹੋ, ਜੇ ਤੁਧ ਵੱਲ ਰਹੈ ਤਾਂ ਕੋਈ ਕਿਹੋ ਆਖੋ, ਜੇ ਤੁਸੀਂ ਮੇਰੇ ਵੱਲ ਹੋ ਤਾਂ ਕੋਈ ਕੁਝ ਪਿਆ ਕਹੇ,
ਮੈਨੂੰ ਨਹੀਂ ਪਰਵਾਹ ਕਿਸੇ ਦੀ, ਕੋਈ ਕੌਣ ਕੀ ਕਹਿੰਦਾ, ਕੋਈ ਨਿੰਦਾ ਕਰਦਾ, ਕੋਈ ਉਪਮਾ ਕਰਦਾ। ਹਾਂ, ਜਦੋਂ ਤੁਸੀਂ ਵਿਸਰਦੇ ਹੋ ਉਦੋਂ ਮੈਂ ਮਰ ਜਾਂਦਾ ਹਾਂ, ਇਹ ਜ਼ਰੂਰ ਹੈ। ਜੇ ਤੁਸੀਂ ਮੇਰੇ ਵੱਲ ਹੋ ਤਾਂ ਕੋਈ ਕੁਝ ਪਿਆ ਕਹੇ, ਕੁਝ ਪਿਆ ਆਖੇ, ਭਾਵੇਂ ਉਪਮਾ ਕਰੇ ਤੇ ਨਿੰਦਾ ਕਰੇ, ਮੈਨੂੰ ਕੋਈ ਪਰਵਾਹ ਨਹੀਂ। ਪਰ ਜੇ ਤੁਸੀਂ ਵਿਸਰ ਜਾਓ ਤੇ ਮੈਂ ਮਰ ਜਾਵਾਂ। ਵਾਰ ਵਾਰ ਜਾਏ ਗੁਰ ਊਪਰ, ਪੈ ਪੈਰੇ ਸੰਤ ਮਨਾਏ। ਆਪਣੇ ਪੂਰੇ ਗੁਰੂ ਤੋਂ ਵਾਰੇ ਵਾਰੇ ਜਾਈਏ, ਬਲਿਹਾਰ ਜਾਈਏ ਤੇ ਸਤਿਪੁਰਸ਼ਾਂ ਮਹਾਂਪੁਰਸ਼ਾਂ ਦੇ ਪੈਰੀਂ ਪੈ ਪੈ ਕੇ ਉਹਨਾਂ ਨੂੰ ਮਨਾਈਏ। ਨਾਨਕ ਵਿਚਾਰਾ ਭਇਆ ਦੀਵਾਨਾ, ਹਰ ਤਉ ਦਰਸ਼ਨ ਕੈ ਤਾਏ। ਸਤਿਗੁਰੂ ਜੀ ਕਹਿੰਦੇ ਹੈ ਪ੍ਰਭੂ ਮੈਂ ਤਾਂ ਦੀਵਾਨਾ ਹੋ ਗਿਆ, ਤੇਰੇ ਦਰਸ਼ਨਾਂ ਵਾਸਤੇ ਦੀਵਾਨਾ ਹੋਇਆ ਫਿਰਦਾ। ਤਉ ਦਰਸ਼ਨਾਂ ਵਾਸਤੇ, ਤੇਰੇ ਦਰਸ਼ਨਾਂ ਵਾਸਤੇ ਮੈਂ ਦੀਵਾਨਾ ਹੋਇਆ ਫਿਰਦਾ ਹਾਂ। ਚਖੜ ਝਾਗੇ ਮਿਹੋ ਵਰਸੈ, ਭੀ ਗੁਰ ਦੇਖਣ ਜਾਏ। ਰੱਜ ਕੇ ਝੱਖੜ ਵਗੇ, ਰੱਜ ਕੇ ਹਨੇਰੀ ਆਵੇ, ਮੀਂਹ ਵਰਸੇ। ਜਿਹੜਾ ਗੁਰੂ ਕਾ ਸਿੱਖ ਹੈ ਆਪਣੇ ਗੁਰੂ ਦੇ ਦਰਸ਼ਨਾਂ ਨੂੰ ਜਾਂਦਾ ਹੈ। ਭੀ ਗੁਰ ਦੇਖਣ ਜਾਈ, ਭੀ ਗੁਰ ਦੇਖਣ ਜਾਈ। ਭੀ ਗੁਰ ਦੇਖਣ ਜਾਏ, ਭੀ ਗੁਰ ਦੇਖਣ ਜਾਏ। ਝੱਖੜ ਝਾਗੀ ਮੀਂਹੋਂ ਵਰਸੈ, ਝੱਖੜ ਝਾਂਗੀ ਮੀਂਹੋਂ ਵਰਸੈ। ਝਖੜ ਝਾਂਗੇ ਮੇਹੋ ਵਰਸੈ, ਝਖੜ ਝਾਂਗੇ ਮੇਹੋ ਵਰਸੈ। ਭੀ ਗੁਰ ਦੇਖਣ ਜਾਈ, ਭੀ ਗੁਰ ਦੇਖਣ ਜਾਈ। ਭੀ ਗੁਰ ਦੇਖਣ ਜਾਏ, ਭੀ ਗੁਰ ਦੇਖਣ ਜਾਏ। ਮੱਸੇ ਨੇ ਦਰਬਾਰ ਸਾਹਿਬ ਤੇ ਕਬਜ਼ਾ ਕੀਤਾ, ਰੰਗੜ ਨੇ। ਕਹੇ ਵੀ ਮੈਂ ਇੱਥੇ ਹੁਣ ਫੌਜਾਂ ਸਮੇਤ ਪਹਿਰਾ ਲਾ ਲਿਆ, ਵੇਖੋ ਕੌਣ ਆ ਕੇ ਇੱਥੇ ਦਰਸ਼ਨ ਕਰਦਾ ਤੇ ਕੌਣ ਸਰੋਵਰ ਚ ਨਹਾਉਂਦਾ। ਬੜੀ ਵੱਡੀ ਫੌਜ ਦਾ ਪਹਿਰਾ ਸੀ। ਸਿੰਘਾਂ ਨੇ ਜਦੋਂ ਇਹ ਚੈਲੰਜ ਸੁਣਿਆ ਵੀ ਸਾਡੇ ਗੁਰੂ ਦੇ ਦਰਸ਼ਨਾਂ ਨੂੰ ਰੋਕ ਲਾ ਕੇ ਕਹਿੰਦਾ ਵੇਖਦਾ ਕੌਣ ਆਉਂਦਾ ਇੱਥੇ। ਰਾਤ ਦੇ ਸਮੇਂ ਦੋ ਸਿੰਘਾਂ ਨੇ ਜਾਣਾ, ਸਰੋਵਰ 'ਚ ਇਸ਼ਨਾਨ ਕਰਨਾ, ਦਰਬਾਰ ਸਾਹਿਬ ਜਾ ਕੇ ਜੋਤ ਜਗਾਣੀ ਤੇ ਵਾਪਸ ਆ ਜਾਣਾ। ਇਹਨਾਂ ਨੂੰ ਉਦੋਂ ਪਤਾ ਲੱਗਣਾ ਵੀ ਦਰਬਾਰ ਸਾਹਿਬ ਜੋਤ ਕੌਣ ਜਗਾ ਗਿਆ। ਫਿਰ ਕਹਿਣ ਲੱਗਾ ਵੀ ਰਾਤ ਦੇ ਹਨੇਰੇ ਚ ਆਉਂਦੇ ਹੋ ਚੋਰਾਂ ਵਾਂਗੂ, ਕੋਈ ਦਿਨੇ ਆ ਕੇ ਵਿਖਾਵੇ। ਤੇ ਸਿੰਘਾਂ ਨੇ ਦੀ ਅੜੀ ਭੰਨਣ ਵਾਸਤੇ ਦਿਨੇ ਵੀ ਜਾ ਕੇ ਸਤਿਗੁਰੂ ਜੀ ਦੇ ਦਰਬਾਰ ਦੇ ਦਰਸ਼ਨ ਕਰਨੇ ਤੇ ਜਕਾਰੇ ਗਜਾਉਂਦਿਆਂ ਫਿਰ ਆ ਜਾਣਾ। ਸਿੱਖ ਨੂੰ ਆਪਣੇ ਗੁਰੂ ਦਰਸ਼ਨਾਂ ਤੋਂ ਬਿਨਾਂ ਕੌਣ ਰੋਕ ਸਕਦਾ। ਉਹ ਜਿੰਨੀਆਂ ਅੜਚਣਾ ਆਉਣ ਉਹਨਾਂ ਅੜਚਣਾ ਨੂੰ ਰਹਿਣ ਹੀ ਨਹੀਂ ਦਿੰਦਾ। ਝੱਖੜ ਝਾਂਗੀ ਮੀਂਹੋਂ ਵਰਸੈ, ਭੀ ਗੁਰ ਦੇਖਣ ਜਾਈ। ਝੱਖੜ ਚੱਲੇ, ਮੀਂਹ ਵਰਸੇ, ਫਿਰ ਵੀ ਗੁਰਸਿੱਖ ਆਪਣੇ ਗੁਰੂ ਦੇ ਦਰਸ਼ਨਾਂ ਨੂੰ ਜਾਂਦਾ ਹੈ। ਸਮੁੰਦਰ ਸਾਗਰ ਹੋਵੇ ਬਹੁ ਖਾਰਾ, ਗੁਰ ਸਿੱਖ ਲੰਘ ਗੁਰ ਪਹਿ ਜਾਏ। ਸਮੁੰਦਰ ਹੋਵੇ ਸਾਗਰ ਗਹਿਰਾ ਅਤੀ ਖਾਰਾ ਤੇ ਗੁਰੂ ਕਾ ਸਿੱਖ ਉਹਨੂੰ ਵੀ ਲੰਘ ਕੇ ਆਪਣੇ ਗੁਰੂ ਦੇ ਦਰਸ਼ਨਾਂ ਨੂੰ ਜਾਂਦਾ। ਰਾਹ 'ਚ ਅਤ ਖਾਰਾ ਸਮੁੰਦਰ ਹੋਵੇ, ਲੰਘਣਾ ਪਏ ਗੁਰਸਿੱਖ ਨੂੰ ਤਾਂ ਲੰਘ ਕੇ ਜਾਂਦਾ ਆਪਣੇ ਗੁਰੂ ਦੇ ਦਰਸ਼ਨਾਂ। ਖਾਰਾ ਸਮੁੰਦਰ ਹੀ ਹੁੰਦਾ ਜਿਹੜੇ
ਸੰਸਾਰ ਦੇ ਕੰਮਕਾਰ ਧੰਦੇ ਖਾਰੇ ਸਮੁੰਦਰ ਵਾਂਗੂ ਹੀ ਹੁੰਦੇ ਆ, ਨਹੀਂ ਨਿਕਲਣ ਦਿੰਦੇ, ਸਮਾਂ ਹੀ ਨਹੀਂ ਹੋਣ ਦਿੰਦੇ ਵੀ ਜਾ ਕੇ ਗੁਰੂ ਘਰ ਦਰਸ਼ਨ ਕਰੀਏ। ਪਰ ਗੁਰਸਿੱਖ ਇਹਨਾਂ ਸਾਰਿਆਂ ਕਾਰਜਾਂ ਨੂੰ ਲੰਘ ਕੇ ਵੀ ਇਹ ਵੀ ਹੁੰਦੇ ਰਹਿਣਗੇ, ਮੈਂ ਜਾ ਕੇ ਆਪਣੇ ਸਾਹਿਬ ਦੇ ਦਰਸ਼ਨ ਕਰਾਂ, ਜ਼ਰੂਰ ਆਉਂਗਾ। ਹਾਂਜੀ। ਜਿਉ ਪ੍ਰਾਣੀ ਜਲ ਬਿਨ ਹੈ ਮਰਤਾ, ਤਿਉ ਸਿੱਖ ਗੁਰ ਬਿਨ ਮਰ ਜਾਏ। ਜਿਵੇਂ ਕੋਈ ਪ੍ਰਾਣੀ ਪਾਣੀ ਤੋਂ ਬਿਨਾਂ ਮਰਦਾ ਹੈ ਨਾ, ਏਦਾਂ ਗੁਰਸਿੱਖ ਆਪਣੇ ਗੁਰੂ ਦੇ ਦਰਸ਼ਨਾਂ ਤੋਂ ਬਿਨਾਂ ਮਰ ਜਾਂਦਾ, ਮਰ ਜਾਂਦਾ। ਜਿਵੇਂ ਪਾਣੀ ਤੋਂ ਬਿਨਾਂ ਕੋਈ ਤੜਫਦਾ ਹੈ ਨਾ, ਏਦਾਂ ਸਿੱਖ ਤੜਫਦਾ ਆਪਣੇ ਗੁਰੂ ਦੇ ਦਰਸ਼ਨਾਂ ਤੋਂ ਬਿਨਾਂ। ਤਿਉ ਸਿੱਖ ਗੁਰ ਬਿਨ ਮਰ ਜਾਈ, ਇਹ ਤਾਂ ਕੋਈ ਗੁਰਸਿੱਖ ਹੀ ਜਾਣੇਗਾ ਨਾ। ਹਾਂਜੀ। ਜਿਉ ਧਰਤੀ ਸੋਭ ਕਰੇ ਜਲ ਬਰਸੈ, ਤਿਉ ਸਿੱਖ ਗੁਰ ਮਿਲ ਬਿਗਸਾਏ। ਜਿਵੇਂ ਧਰਤੀ ਸੋਭਦੀ ਆ, ਉਹਦੇ ਤੇ ਮੀਂਹ ਵਰਸੇ ਤਾਂ ਸੋਭਦੀ ਆ, ਏਦਾਂ ਸਿੱਖ ਉਦੋਂ ਖੁਸ਼ ਹੁੰਦਾ ਹੈ, ਉਦੋਂ ਸੋਭਦਾ ਜਦੋਂ ਆਪਣੇ ਗੁਰੂ ਦੇ ਦਰਸ਼ਨ ਕਰਦਾ, ਤੇ ਸਿੱਖ ਦੇ ਅੰਦਰ ਖੇੜਾ ਖਿੜ ਜਾਂਦਾ। ਨਹੀਂ ਤਾਂ ਪਾਣੀ ਬਿਨਾ ਜਿਵੇਂ ਕੋਈ ਤੜਫਦਾ ਨਾ, ਏਦਾਂ ਗੁਰੂ ਬਿਨਾ ਤੜਫਦਾ ਸਿੱਖ, ਗੁਰੂ ਦਰਸ਼ਨਾਂ ਤੋਂ ਬਿਨਾ ਤੜਫਦਾ। ਤੇ ਜਿਵੇਂ ਮੀਂਹ ਪੈਂਦਿਆਂ ਧਰਤੀ ਸੋਭਦੀ ਆ, ਏਦਾਂ ਗੁਰੂ ਦੇ ਦਰਸ਼ਨ ਕਰਕੇ ਸਿੱਖ ਦਾ ਖੇੜਾ ਖਿੜ ਜਾਂਦਾ, ਸਿੱਖ ਦਾ ਚਿਹਰਾ ਖਿੜ ਜਾਂਦਾ, ਇਹਦਾ ਹਿਰਦਾ ਖਿੜ ਜਾਂਦਾ, ਇਹ ਵਿਗਾਸ ਵਿੱਚ ਆ ਜਾਂਦਾ ਹੈ। ਸੇਵਕ ਕਾ ਹੋਏ ਸੇਵਕ ਵਰਤਾ, ਕਰ ਕਰ ਬਿਨੋ ਬੁਲਾਏ। ਇਹ ਸਾਹਿਬ ਜੀ, ਤੁਹਾਡੇ ਸੇਵਕਾਂ ਦਾ ਮੈਂ ਸੇਵਕ ਹੋ ਕੇ ਵਰਤਾਂ, ਤੁਹਾਡੇ ਸੇਵਕਾਂ ਦਾ ਸੇਵਕ ਬਣ ਕੇ ਵਰਤਾਂ। ਮੈਂ ਹੱਥ ਜੋੜ ਕੇ ਬੇਨਤੀਆਂ ਕਰ ਕਰਕੇ ਉਹਨਾਂ ਨੂੰ ਬੁਲਾਵਾਂ, ਜੇ ਉਹ ਨਾ ਬੋਲਣ ਨਾ ਕਿਸੇ ਤਰੀਕੇ, ਤਾਂ ਮੈਂ ਤੇਰੇ ਸੇਵਕਾਂ ਨੂੰ ਬੇਨਤੀਆਂ ਕਰ ਕਰ ਬੁਲਾਵਾਂ। ਕਰ ਕਰ ਬਿਨੋ ਬੁਲਾਈ, ਕਿਉਂਕਿ ਸੇਵਕ ਸਾਹਿਬ ਦੇ ਘੱਟ ਬੋਲਦੇ ਆ, ਮੈਂ ਉਹਨਾਂ ਦਾ ਸੇਵਕ ਬਣਾ ਤੇ ਉਹ ਨਾ ਬੋਲਣ ਮੇਰੇ ਨਾਲ, ਤਾਂ ਮੈਂ ਉਹਨਾਂ ਨੂੰ ਬੇਨਤੀਆਂ ਕਰ ਕਰ ਬੁਲਾਵਾਂ। ਨਾਨਕ ਕੇ ਬਨੰਤੇ ਹਰ ਪਹੈ, ਗੁਰ ਮਿਲ ਗੁਰ ਸੁਖ ਪਾਏ। ਮੇਰੀ ਹਰੀ ਪ੍ਰਭੂ ਪਰਮੇਸ਼ਰ ਦੇ ਚਰਨਾਂ 'ਚ ਬੇਨਤੀ ਹੈ, ਗੁਰੂ ਰਾਮਦਾਸ ਜੀ ਕਹਿੰਦੇ ਕਿ ਮੈਂ ਆਪਣੇ ਗੁਰੂ ਨੂੰ ਮਿਲ ਕੇ ਵੱਡਾ ਸੁਖ ਪ੍ਰਾਪਤ ਕੀਤਾ। ਗੁਰ ਮਿਲ ਗੁਰ ਸੁਖ ਪਾਈ, ਗੁਰੂ ਨਾਲ ਮਿਲ ਕੇ ਗੁਰ ਸੁਖ ਦਾ ਮਤਲਬ ਹੁੰਦਾ ਵੱਡਾ ਸੁਖ, ਉਹ ਮੈਂ ਆਪਣੇ ਗੁਰੂ ਨਾਲ ਮਿਲ ਕੇ ਪ੍ਰਾਪਤ ਕੀਤਾ ਹੈ। ਤੂੰ ਆਪੇ ਗੁਰ ਚੇਲਾ ਹੈ, ਆਪੇ ਗੁਰ ਵਿੱਚ ਦੇ ਤੁਝ ਹੈ ਧਿਆਏ। हे ਪ੍ਰਭੂ, ਤੂੰ ਆਪ ਹੀ ਗੁਰੂ ਹੈ, ਤੂੰ ਆਪ ਹੀ ਚੇਲਾ, ਆਪ ਹੀ ਵਿੱਚ ਵਿਚੋਲਾ ਬਣ ਕੇ ਤੂੰ ਆਪਣੇ ਆਪ ਨੂੰ ਧਿਆਉਣਾ, ਗੁਰੂ ਰੂਪੀ ਵਿੱਚ ਵਿਚੋਲਾ ਦੇ ਕੇ, हे ਪ੍ਰਭੂ ਮੈਂ ਤੈਨੂੰ ਧਿਆਉਂਦਾ ਹਾਂ। ਜੋ ਤੁਧ ਸੇਵ ਹੈ ਸੋ ਤੂੰ ਹੈ ਹੋਵ ਹੈ, ਤੁਧ ਸੇਵਕ ਪੈਜ ਰਖਾਏ। ਜਿਹੜੇ ਮਹਾਰਾਜ ਜੀ ਤੁਹਾਨੂੰ ਸੇਵਦੇ ਨੇ, ਉਹ ਤੁਹਾਡਾ ਹੀ ਰੂਪ ਹੋ ਜਾਂਦੇ ਨੇ। ਜੋ ਤੁਧ ਸੇਵ ਹੈ ਸੋ ਤੂੰ ਹੈ ਹੋਵੈ, ਜਿਹੜੇ ਤੈਨੂੰ ਸੇਵਦੇ ਨੇ ਉਹ ਤੇਰਾ ਹੀ ਰੂਪ ਹੋ ਜਾਂਦੇ ਨੇ। ਤੁਧ ਸੇਵਕ ਪੈਜ ਰਖਾਈ, ਮਹਾਰਾਜ ਜੀ ਤੁਸੀਂ ਆਪਣੇ ਆ ਸੇਵਕਾਂ ਦੀ ਪੈਜ ਰੱਖਦੇ ਹੋ। ਭੰਡਾਰ ਭਰੇ ਭਗਤੇ ਹਰ ਤੇਰੇ, ਜਿਸ ਭਾਵੈ ਤਿਸ ਦੇਵਾਈ। ਮਹਾਰਾਜ ਜੀ ਤੁਹਾਡੀ ਭਗਤੀ ਦੇ ਭੰਡਾਰ ਭਰੇ ਪਏ ਹਨ, ਪਰ ਜਿਨ੍ਹਾਂ ਨੂੰ ਤੁਸੀਂ ਕਿਰਪਾ ਕਰਕੇ ਆਪਣੀ ਭਗਤੀ ਦੇ ਭੰਡਾਰੇ ਚੋਂ ਭੰਡਾਰਾ ਦਿੰਦੇ ਹੋ ਕਿਣਕਾ ਮਾਤਰ, ਮਹਾਰਾਜ ਜੀ ਉਹਨਾਂ ਨੂੰ ਇਹ ਦਾਨ ਪ੍ਰਾਪਤ ਹੁੰਦਾ ਹੈ। ਜਿਸ ਤੂੰ ਦੇਹ ਸੋਏ ਜਨ ਪਾਏ, ਹੋਰ ਨਿਹਫਲ ਸਭ ਚਤੁਰਾਏ। ਮਹਾਰਾਜ ਜੀ ਜਿਸ ਨੂੰ ਤੁਸੀਂ ਇਹ ਦਾਤ ਦਿੰਦੇ ਹੋ, ਉਹੀ ਜਨ ਤੁਹਾਡੇ ਕੋਲੋਂ ਇਸ ਅੰਮ੍ਰਿਤ ਦਾਤ ਨੂੰ ਪ੍ਰਾਪਤ ਕਰਦੇ। ਬਾਕੀ ਜਿਹੜੀਆਂ ਚਤਰਾਈਆਂ ਨੇ ਨਾ,
ਇਹ ਸਭ ਨਿਸ਼ਫਲ ਨੇ। ਰੱਬ ਦੇ ਘਰ ਵਿੱਚ ਚਤਰਾਈਆਂ ਨਹੀਂ ਚੱਲਦੀਆਂ, ਉੱਥੇ ਚਲਾਕੀਆਂ ਨਹੀਂ ਚੱਲਦੀਆਂ, ਉੱਥੇ ਤਾਂ ਹੱਥ ਜੋੜ ਕੇ ਬੇਨਤੀਆਂ ਚੱਲਦੀਆਂ ਹਨ। ਸਿਮਰ 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 ਗੁਰ ਆਪਣਾ, ਸੋਇਆ ਮਨ ਜਗਾਏ। ਮਨ ਕਰਕੇ, ਬਚਨ ਕਰਕੇ, ਕਰਮ ਕਰਕੇ, ਸਿਮਰ ਸਿਮਰ ਕੇ, ਸਿਮਰ ਸਿਮਰ ਕੇ ਆਪਣੇ ਸੁਆਮੀ ਨੂੰ ਮੈਂ ਆਪਣੇ ਸੁੱਤੇ ਹੋਏ ਮਨ ਨੂੰ ਜਗਾਉਂਦਾ ਹਾਂ। ਇਕ ਦਾਨ ਮੰਗੈ ਨਾਨਕ ਵਿਚਾਰਾ, ਹਰ ਦਾਸਨ ਦਾਸ ਕਰਾਏ। ਧੰਨ ਗੁਰੂ ਰਾਮਦਾਸ ਜੀ ਕਹਿੰਦੇ, ਹੈ ਪ੍ਰਭੂ ਮੈਂ ਇੱਕ ਦਾਨ ਮੰਗਦਾ ਤੁਹਾਡੇ ਚਰਨਾਂ 'ਚੋਂ। ਕੀ ਦਾਨ? ਮਹਾਰਾਜ ਆਪਣਿਆਂ ਦਾਸਾਂ ਦਾ ਮੈਨੂੰ ਦਾਸ ਕਰਾ ਲਓ, ਮੈਨੂੰ ਆਪਣਿਆਂ ਦਾਸਾਂ ਦਾ ਦਾਸ ਬਣਾ ਲਓ। ਇਹ ਦਾਨ ਮੈਂ ਤੁਹਾਡੇ ਚਰਨਾਂ 'ਚੋਂ ਮੰਗਦਾ ਹਾਂ। ਜੇ ਗੁਰ ਝਿੜਕੇ ਤਾਂ ਮੀਠਾ ਲੱਗੈ, ਤੇ ਜੇ ਗੁਰੂ ਝਿੜਕੇ ਤਾਂ ਮੈਨੂੰ ਗੁਰੂ ਦੀ ਝਿੜਕ ਵੀ ਮਿੱਠੀ ਲੱਗਦੀ ਹੈ, ਕਿਉਂਕਿ ਉਹਦੇ ਵਿੱਚ ਵੀ ਮੇਰਾ ਭਲਾ ਹੈ। ਜੇ ਗੁਰ ਝਿੜਕੇ ਤਾਂ ਮੈਨੂੰ ਮਿੱਠਾ ਲੱਗਦਾ ਹੈ। ਜੇ ਬਖਸ਼ੇ ਤਾਂ ਗੁਰ ਵਡਿਆਏ, ਤੇ ਜੇ ਮੇਰਾ ਗੁਰੂ ਮੇਰੇ ਔਗਣਾਂ ਨੂੰ ਵੇਖ ਕੇ ਬਖਸ਼ ਲਵੇ ਤੇ ਤਾਂ ਵੀ ਮੇਰੇ ਗੁਰੂ ਦੀ ਵਡਿਆਈ ਹੈ। ਇਹ ਮੇਰੇ ਗੁਰੂ ਦੀ ਉਪਮਾ ਹੈ। ਗੁਰਮੁਖ ਬੋਲ ਹੈ ਸੋ ਥਾਏ ਪਾਏ, ਗੁਰਮੁਖ ਜੋ ਬੋਲਦੇ ਨੇ ਉਹ ਥਾਏ ਪੈਂਦਾ। ਗੁਰਮੁਖ ਜੋ ਕਹਿੰਦੇ ਨੇ ਉਹ ਵਾਹਿਗੁਰੂ ਦੇ ਘਰ 'ਚ ਪ੍ਰਵਾਨ ਹੈ। ਮਨਮੁਖ ਕਿਛ ਥਾਏ ਨਾ ਪਾਏ, ਤੇ ਮਨਮੁਖ ਜੋ ਮਰਜ਼ੀ ਬੋਲੀ ਜਾਏ, ਜੋ ਮਰਜ਼ੀ ਕਹੀ ਜਾਏ, ਉਹਦਾ ਬੋਲਿਆ ਕਿਸੇ ਥਾਏ ਨਹੀਂ ਪੈਂਦਾ। ਪਾਲਾ ਕੱਕਰ ਬਰਫ ਵਰਸੈ, ਗੁਰ ਸਿੱਖ ਗੁਰ ਦੇਖਣ ਜਾਏ। ਰੱਜ ਕੇ ਪਾਲਾ ਪਵੇ, ਕੱਕਰ ਪਵੇ, ਬਰਫ਼ ਦਾ ਮੀਂਹ ਵਰਸਣ ਲੱਗ ਪਏ, ਗੁਰੂ ਕਾ ਸਿੱਖ ਆਪਣੇ ਗੁਰੂ ਦੇ ਦਰਸ਼ਨ ਕਰਨ ਲਈ ਜਾਂਦਾ। ਸਾਰੀਆਂ ਰੁਕਾਵਟਾਂ ਭੰਨ ਕੇ, ਦੂਰ ਕਰਕੇ, ਸਾਰੀਆਂ ਅੜਚਣਾਂ ਨੂੰ ਦੂਰ ਕਰਕੇ ਗੁਰੂ ਕਾ ਸਿੱਖ ਆਪਣੇ ਗੁਰੂ ਦੇ ਦਰਸ਼ਨਾਂ ਨੂੰ, ਗੁਰੂ ਦੇ ਦਿਦਾਰਿਆਂ ਨੂੰ ਚੱਲ ਕੇ ਆਉਂਦਾ ਹੈ। ਸਭ ਦਿਨ ਸਰੈਣ ਦੇਖੋ ਗੁਰ ਆਪਣਾ, ਵਿੱਚ ਅੱਖੀ ਗੁਰ ਪੈਰ ਧਰਾਏ। ਦਿਨ ਰਾਤ ਮੈਂ ਆਪਣੇ ਗੁਰੂ ਦੇ ਚਰਨ ਵੇਖਾਂ, ਤੇ ਰਾਤ ਦਿਨ ਗੁਰੂ ਦੇ ਚਰਨ ਵੇਖ ਕੇ ਆਪਣੀਆਂ ਅੱਖਾਂ ਦੇ ਵਿੱਚ ਗੁਰੂ ਦੇ ਚਰਨਾਂ ਨੂੰ ਧਰ ਲਵਾਂ, ਵਸਾ ਲਵਾਂ। ਆਪਣੇ ਨੇਤਰਾਂ ਵਿੱਚ ਗੁਰੂ ਦੇ ਚਰਨ ਵਸਾ ਲਵਾਂ। ਅਨੇਕ ਉਪਾਵ ਕਰੇ ਗੁਰ ਕਾਰਣ, ਗੁਰ ਭਾਵੈ ਸੋ ਥਾਏ ਪਾਏ। ਮੈਂ ਆਪਣੇ ਗੁਰੂ ਦੀ ਖੁਸ਼ੀ ਲਈ ਬੜੇ ਕੰਮ ਕੀਤੇ, ਬੜੇ ਉਪਾਅ ਕੀਤੇ, ਪਰ ਜਿਹੜਾ ਕਾਰਜ ਮੇਰੇ ਗੁਰੂ ਨੂੰ ਭਾਵੇ ਉਹੀ ਥਾਏ ਪੈਂਦਾ। ਹਾਂਜੀ। ਰੈਣ ਦਿਨ ਸਗੁਰ ਚਰਨ ਆਰਾਧੇ, ਦਇਆ ਕਰੋ ਮੇਰੇ ਸਾਏ। ਏ ਮੇਰੇ ਸਾਈਂ ਮੇਰੇ ਤੇ ਦਇਆ ਕਰੋ, ਮੈਂ ਰਾਤ ਦਿਨ ਆਪਣੇ ਗੁਰੂ ਦੇ ਚਰਨਾਂ ਨੂੰ ਆਰਾਧਾਂ, ਰਾਤ ਦਿਨ ਆਪਣੇ ਗੁਰੂ ਦੇ ਚਰਨਾਂ ਨੂੰ ਧਿਆਵਾਂ। ਹੇ ਮੇਰੇ ਸਾਈਂ ਮੇਰੇ ਤੇ ਇਹੋ ਜੀ ਦਇਆ ਕਰੋ, ਦਇਆ ਕਰੋ ਮੇਰੇ ਸਾਈਂ, ਦਇਆ ਕਰੋ ਮੇਰੇ ਸਾਈਂ। ਦਇਆ ਕਰੋ ਮੇਰੇ ਸਾਈਂ, ਦਇਆ ਕਰੋ ਮੇਰੇ ਸਾਈਂ। ਰਹਿਣ ਦਿਨਸ ਗੁਰ ਚਰਨ ਆਰਾਧੀ, ਰਹਿਣ ਦਿਨਸ ਗੁਰ ਚਰਨ ਆਰਾਧੀ। ਰਹਿਣ ਦਿਨ ਸਗੁਰ ਚਰਨ ਆਰਾਧੇ, ਰਹਿਣ ਦਿਨ ਸਗੁਰ ਚਰਨ ਆਰਾਧੇ। ਦਇਆ ਕਰੋ ਮੇਰੇ ਸਾਈਂ, ਦਇਆ ਕਰੋ ਮੇਰੇ ਸਾਈਂ। ਦਇਆ ਕਰੋ ਮੇਰੇ ਸਾਈਂ, ਦਇਆ ਕਰੋ ਮੇਰੇ ਸਾਈਂ। ਏ ਮੇਰੇ ਸਾਈਂ ਮੇਰੇ ਤੇ ਦਇਆ ਕਰੋ, ਮੈਂ ਰਾਤ ਦਿਨ ਆਪਣੇ ਗੁਰੂ ਦੇ ਚਰਨਾਂ ਨੂੰ ਆਰਾਧਾਂ ਧਿਆਵਾਂ। ਨਾਨਕ ਕਾ ਜੀਉ ਪਿੰਡ ਗੁਰੂ ਹੈ, ਗੁਰ ਮਿਲ ਤ੍ਰਿਪਤ ਅਗਾਏ। ਮੇਰਾ ਜੀਓ ਮੇਰਾ ਪਿੰਡ ਸਭ ਕੁਝ ਮੇਰਾ ਗੁਰੂ ਹੈ। ਮੈਂ ਆਪਣੇ ਗੁਰੂ ਨੂੰ ਮਿਲ ਕੇ ਸੰਸਾਰ ਦੇ ਸੁੱਖਾਂ ਵੱਲੋਂ ਵੀ ਤ੍ਰਿਪਤ ਹੋ ਗਿਆ,
ਤੇ ਪਰਲੋਕ ਦੇ ਕਿਸੇ ਪਦਾਰਥ ਦੀ, ਕਿਸੇ ਸੁੱਖ ਦੀ ਵੀ ਮੈਨੂੰ ਇੱਛਾ ਨਹੀਂ ਰਹੀ, ਉਧਰੋਂ ਵੀ ਰੱਜ ਗਿਆ। ਜਾਂ ਇਸ ਤਰ੍ਹਾਂ ਕਹਿ ਲਈਏ, ਮੇਰਾ ਲੋਕ ਸੁਖੀਆ ਤੇ ਪਰਲੋਕ ਸੁਹੇਲਾ ਹੋ ਗਏ ਹਨ। ਨਾਨਕ ਕਾ ਪ੍ਰਭ ਪੂਰ ਰਹਿਓ ਹੈ, ਜਤ ਕਤ ਤਤ ਗੋਸਾਏ। ਮੇਰਾ ਪ੍ਰਭੂ ਸਰਬ ਥਾਵਾਂ ਤੇ ਪੂਰ ਰਿਹਾ, ਜਤ ਕਤ ਹਰ ਥਾਂ ਤੇ, ਹਰ ਜਗ੍ਹਾ ਤੇ ਮੇਰਾ ਗੁਸਾਈ ਵਰਤਦਾ ਹੈ, ਹਰ ਥਾਂ ਤੇ ਵਸਦਾ। ਜਗਤ ਗੁਰੂ ਆਏ ਸਿਮਰੋ ਸ਼੍ਰੀ ਹਰਿ ਰਾਏ, ਸਿਮਰੋ ਸ਼੍ਰੀ ਹਰਿ ਰਾਏ। ਓ ਵਾਹਿਗੁਰੂ ਵਾਹਿਗੁਰੂ, ਓ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।